जिस तरह कि सुप्रीम कोर्ट ਵੱਲੋਂ ਅੱਜ ਅਹਿਮ ਫੈਸਲਾ ਲਿਆ ਗਿਆ ਤੇ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਜੋ ਕਿਸਾਨ ਜਥੇਬੰਦੀਆਂ ਦੇ ਸੁਪਰੀਮ ਕੋਰਟ ਵੱਲੋਂ ਇੱਕ ਕਮੇਟੀ ਵੀ ਗਠਿਤ ਕੀਤੀ ਗਈ ਹੈ। ਇਸੇ ਤਹਿਤ ਸਾਡੇ ਨਾਲ ਜਗਮਿੰਦਰ ਸਿੰਘ ਪਟਿਆਲਾ ਤੋਂ ਸਾਡੇ ਨਾਲ ਮੌਜੂਦ ਨੇ ਜੀ। ਜਿਸ ਤਰ੍ਹਾਂ ਕਿ ਅੱਜ ਕੇਂਦਰ ਸਰਕਾਰ ਵੱਲੋਂ ਕਮੇਟੀ ਵੀ ਗਠਿਤ ਕੀਤੀ ਗਈ ਹੈ ਤੇ ਕਾਫੀ ਹੱਦ ਵਿੱਚ ਇਹ ਦੇਖਣ ਨੂੰ ਆਇਆ ਕਿ ਕਿਸਾਨ ਨਾਖੁਸ਼ ਦਿਖਾਈ ਦੇ ਰਹੇ ਨੇ ਉਸ ਕਮੇਟੀ ਤੋਂ। देखो बहुत स्पष्ट है कि असी सुप्रीम कोर्ट तो कमेटी मंगी नहीं सी, असी सुप्रीम कोर्ट गए भी नहीं। ਅਸੀਂ ਗਵਰਨਮੈਂਟ ਨਾਲ ਨੈਗੋਸ਼ੀਏਟ ਕਰ ਰਹੇ ਹਾਂ, ਗੱਲਬਾਤ ਚੱਲ ਰਹੀ ਆ ਔਰ ਅਸੀਂ ਗਵਰਨਮੈਂਟ ਤੋਂ ਡਿਮਾਂਡ ਕਰ ਰਹੇ ਹਾਂ ਕਿ ਇਹਨਾਂ ਨੂੰ ਰਿਪੀਲ ਕੀਤਾ ਜਾਵੇ। ਰਾਦਰ ਗਵਰਨਮੈਂਟ ਨੇ ਇਨਡਾਇਰੈਕਟ ਵੇ ਨਾਲ ਸੁਪਰੀਮ ਕੋਰਟ 'ਚ ਜਾ ਕੇ ਆਪਣੀ ਉਹ ਗੱਲ ਮਨਵਾਈ ਹੈ ਕਮੇਟੀ ਵਾਲੀ, ਔਰ ਉਹ ਕਮੇਟੀ 'ਚ ਜਿਹੜੇ ਬੰਦੇ ਨੇ ਉਹ ਨੇ ਜਿਹੜੇ ਇਹਨਾਂ ਕਾਨੂੰਨਾਂ ਦੇ ਹੱਕ 'ਚ ਬੋਲਦੇ ਰਹੇ ਨੇ, ਲਿਖਦੇ ਰਹੇ ਨੇ। ਇਸ ਕਰਕੇ ਔਰ ਉਹ ਸਾਰਾ ਜੋ ਕੱਲ੍ਹ ਦੀ ਪ੍ਰੋਸੀਡਿੰਗ ਵੀ ਹੈ ਜਿਹੜੀ ਉਹ ਦੇਖੀ ਹੈ ਤਾਂ ਉਸ ਦੇ ਵਿੱਚ ਵੀ ਇਹ ਜੋ ਇੱਕ ਸਮੈਲ ਆਉਂਦੀ ਸੀਗੀ ਵੀ ਇਹ ਸੀਗਾ ਵੀ ਇਹ ਰਿਪੀਲ ਦੇ ਦਾਇਰੇ ਤੋਂ ਬਾਹਰ ਜਿਹੜੀ ਇਹ ਕਮੇਟੀ ਬਣਨੀ ਹੈਗੀ ਆ ਔਰ ਇਹ ਸਪਸ਼ਟ ਹੈ ਕਿ ਅਮੈਂਡਮੈਂਟ ਵਾਲੇ ਪਾਸੇ ਨੂੰ ਜਾਊਗੀ। ਇਸ ਕਰਕੇ ਇਹ ਸਾਡੀ ਡਿਮਾਂਡ ਹੀ ਨਹੀਂ ਹੈ, ਸਾਡੀ ਡਿਮਾਂਡ ਤਾਂ ਰਿਪੀਲ ਕਰਨ ਦੀ ਹੈ। ਜਿਸ ਤਰ੍ਹਾਂ ਕਿ ਕਿਸਾਨਾਂ ਵੱਲੋਂ ਤਾਂ ਲਗਾਤਾਰ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ, ਫਿਰ ਵੀ ਇੱਕ ਕਮੇਟੀ ਗਠਿਤ ਕੀਤੀ ਗਈ ਹੈ ਤੇ ਕਾਨੂੰਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ। ਹੁਣ ਕੀ ਲੱਗਦਾ ਹੈ ਕਿ ਜੋ ਸੁਪਰੀਮ ਕੋਰਟ ਹੈ ਕੋਈ ਹੋਰ ਫੈਸਲਾ ਲੈ ਸਕਦੀ ਹੈ ਇਸ ਤੇ, ਕਿਉਂਕਿ ਇੱਕ ਮੀਟਿੰਗ ਵੀ ਹੋਵੇਗੀ ਇਸ ਦੇ ਤਹਿਤ ਹੀ। देखो सुप्रीम कोर्ट ने जो फैसला लेना है, सुप्रीम कोर्ट ही मानयोग अदालत ਨੂੰ ਤਾਂ ਇਸ ਤਰ੍ਹਾਂ ਕੋਈ ਡਾਇਰੈਕਟ ਨਹੀਂ ਕਰ ਸਕਦੇ ਤਾਂ ਉਹਦੇ ਤੇ ਆ। ਪਰ ਇੰਨਾ ਜ਼ਰੂਰ ਹੈਗਾ ਆ ਕਿ ਇਹਨਾਂ ਕਾਨੂੰਨਾਂ 'ਚ ਮੋਦੀ ਗਵਰਨਮੈਂਟ ਜੋ ਝੂਠ ਬੋਲ ਰਹੀ ਹੈ ਉਹਦਾ ਬੇਨਕਾਬ ਹੈ। ਇਸ ਮੁਲਕ 'ਚ ਪਹਿਲਾ ਕੰਟਰੈਕਟ ਇਹਨਾਂ ਕਾਨੂੰਨਾਂ ਦੇ ਪਾਸ ਹੋਣ ਤੋਂ ਬਾਅਦ 'ਚੋਂ ਰਿਲਾਇੰਸ ਰਿਟੇਲ ਲਿਮਟਿਡ ਨੇ ਕਰਨਾਟਕਾ 'ਚ ਕੀਤਾ ਹੈਗਾ, ਰਾਏਚੂਰ ਡਿਸਟ੍ਰਿਕਟ 'ਚ। ਉਸ ਕੰਟਰੈਕਟ ਤਹਿਤ ਵਿਚੋਲਿਆਂ ਦੀ ਪੂਰੀ ਇੱਕ ਕੜੀ ਹੈ ਜਿਹੜੇ ਨਵੇਂ ਕਿਸਮ ਦੇ ਵਿਚੋਲੇ ਨੇ। ਇਸ ਕਰਕੇ ਵਿਚੋਲਿਆਂ ਨੂੰ ਖਤਮ ਕਰਨ ਦੇ ਨਾਮ ਹੇਠ ਕਾਰਪੋਰੇਟ ਨੂੰ ਜਿਹੜਾ ਸਾਰੀ ਖੇਤੀ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ, ਇਹ ਦੇਸ਼ ਦੇ ਕਿਸਾਨਾਂ ਦੀ ਮੰਗ ਨਹੀਂ ਸੀਗੀ। ਖੇਤੀ ਅਰਥਚਾਰਾ ਕਾਰਪੋਰੇਟ ਨੂੰ ਸੌਂਪਣ ਦੀ ਗਵਰਨਮੈਂਟ ਆਪਣੀ ਰਿਸਪੌਂਸਿਬਿਲਟੀ ਤੋਂ ਭੱਜ ਰਹੀ ਹੈ ਔਰ ਅਸੀਂ ਗਵਰਨਮੈਂਟ ਨੂੰ ਰਿਸਪੌਂਸਿਬਲ ਬਣਾਉਣ ਲਈ ਇਹ ਕਹਿੰਦੇ ਆ ਕਿ ਗਵਰਨਮੈਂਟ ਇਹਨਾਂ ਨੂੰ ਰਿਪੀਲ ਕਰੇ, ਖੇਤੀ ਅਰਥਚਾਰਾ ਵਿਕਸਿਤ ਕਰਨਾ ਤਾਂ ਇਹਦੇ ਤੇ ਕਿਸਾਨ ਸੰਗਠਨਾਂ ਨਾਲ ਗੱਲ ਕਰੇ। ਪਰ ਇਹ ਗਵਰਨਮੈਂਟ ਅਕਾਊਂਟੇਬਲ ਹੋਏਗੀ ਉਸ ਦੇ ਵਿੱਚ। ਇਹ ਆਪਣਾ ਹੱਥ ਝਾੜਨ ਦੇ ਲਈ, ਕਾਰਪੋਰੇਟ ਦੇ ਹਵਾਲੇ ਖੇਤੀ ਕਰਨ ਦੇ ਲਈ ਇਹ ਸਾਰਾ ਕੁਝ ਕਰ ਰਹੀ ਹੈ ਔਰ ਉਸ ਨੂੰ ਥਰੂ ਸੁਪਰੀਮ ਕੋਰਟ ਲਿਆਈ ਹੈ। ਕਿਸਾਨ ਜਥੇਬੰਦੀਆਂ ਦਾ ਲਗਾਤਾਰ ਇਹੀ ਕਹਿਣਾ ਕਿ ਜੇਕਰ ਇਹ ਜੋ ਕਾਨੂੰਨ ਨੇ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨੇ ਤਾਂ ਕੇਂਦਰ ਸਰਕਾਰ ਹੀ ਰੱਦ ਕਰੇਗੀ। ਅਸੀਂ ਸੁਪਰੀਮ ਕੋਰਟ 'ਚ ਕਿਉਂ ਚਾਹੀਏ, ਅਸੀਂ ਇਹਨਾਂ ਨੂੰ ਰੱਦ ਕਰਵਾਉਣ ਦੇ ਲਈ। ਦੇਖੋ ਸੁਪਰੀਮ ਕੋਰਟ ਇਹਨਾਂ ਦੀ ਸੰਵਿਧਾਨਕ ਵੈਧਤਾ ਦੇ ਉੱਪਰ ਸੋ ਮੋਟੋ ਲੈ ਕੇ ਇਸ ਨੂੰ ਰੱਦ ਕਰ ਸਕਦੀ ਹੈਗੀ ਆ। ਤਾਂ ਸਾਡੀ ਤਾਂ ਕਾਨੂੰਨ ਦੀ ਲੜਾਈ ਸਰਕਾਰ ਨਾਲ ਚੱਲ ਰਹੀ ਹੈ। ਸਰਕਾਰ ਨੇ ਪਾਸ ਕਰਾਏ ਨੇ ਪਾਰਲੀਮੈਂਟ ਦੇ ਵਿੱਚੋਂ ਆਪਣੀ ਮੈਜੋਰਟੀ ਦੇ ਸਿਰ ਤੇ ਔਰ ਜੋ ਰਾਜ ਸਭਾ 'ਚ ਕੀਤਾ ਉਸ ਦੇ ਸਿਰ ਤੇ, ਔਰ ਸਾਡੀ ਸਰਕਾਰ ਨਾਲ ਲੜਾਈ ਰਹੂਗੀ ਇਸ ਮਾਮਲੇ। ਕਿਸਾਨਾਂ ਦਾ ਲਗਾਤਾਰ ਇਹੀ ਕਹਿਣਾ ਹੈ ਕਿ ਚਾਹੇ ਬਿਲਕੁਲ ਮੌਤਾਂ ਹੋ ਰਹੀਆਂ ਨੇ, ਕਿਸਾਨ ਸ਼ਹੀਦ ਹੋ ਰਹੇ ਨੇ, ਪਰ ਕੇਂਦਰ ਸਰਕਾਰ ਦੇ ਜੂ ਨਹੀਂ ਸਰਕਰੀ ਕੰਨ ਤੇ ਬਿਲਕੁਲ ਵੀ। ਕੇਂਦਰ ਸਰਕਾਰ ਜੋ ਕਿਸਾਨਾਂ ਦੇ ਸ਼ਹੀਦ ਹੋ ਰਹੇ ਨੇ ਉਹਨਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਹੈ। ਦੇਖੋ ਇਹ ਬੜੀ ਪੱਥਰ ਦਿਲ ਹਕੂਮਤ ਹੈ, ਇਸ ਤੇ ਜਿਹਨੂੰ ਬੇਰਹਿਮ ਹਕੂਮਤ ਹੈ ਔਰ ਰਾਦਰ ਉਹ 26 ਦੇ ਸੰਬੰਧੀ ਇੱਕ ਫਾਲਸ ਜਾਂ ਪ੍ਰੋਪੇਗੈਂਡਾ ਕਰਕੇ ਇੱਕ ਮਾਹੌਲ ਬਣਾਉਣਾ ਚਾਹੁੰਦੀ ਹੈ। ਸਿਕਿਉਰਿਟੀ ਫੋਰਸਿਸ ਨੂੰ ਕਿਸਾਨਾਂ ਖਿਲਾਫ ਭੜਕਾ ਰਹੀ ਹੈ, ਉਸ ਨੂੰ ਇਹ ਬੰਦ ਕਰਨਾ ਚਾਹੀਦਾ। ਅਸੀਂ ਹਾਲੇ ਤੱਕ ਸਬਰ ਸੰਜਮ ਨਾਲ ਐਜੀਟੇਸ਼ਨ ਚਲਾਈ ਹੈ ਔਰ ਅੱਗੇ ਵੀ ਚਲਾਵਾਂਗੇ। 26 ਆਖਰੀ ਨਹੀਂ ਹੈ, 26 ਤੋਂ ਬਾਅਦ ਵੀ ਐਜੀਟੇਸ਼ਨ ਕੰਟੀਨਿਊ ਰਹੂਗੀ। ਜੇਕਰ ਜਗਮਿੰਦਰ ਸਿੰਘ ਜੀ ਅਗਰ ਚੱਲਦਾ ਰਹੇ ਇਦਾਂ ਹੀ ਤਾਂ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜੇ ਸੰਘਰਸ਼ ਹੈ ਅੱਗੇ ਦੀ ਅੱਗੇ ਹੋਰ ਵੀ ਤੇਜ਼ ਹੋ ਸਕਦਾ ਹੈ? ਮੈਨੂੰ ਤੁਹਾਡਾ ਸਵਾਲ ਸੁਣਿਆ ਨਹੀਂ ਨਾ ਕਰਕੇ। ਕਿਉਂਕਿ ਜੇਕਰ ਗੱਲ ਕੀਤੀ ਜਾਏ ਤਾਂ ਇਹ ਸੰਘਰਸ਼ ਅੱਗੇ ਵੀ ਤੇਜ਼ ਹੋ ਸਕਦਾ ਹੈ। ਜਿਸ ਤਰ੍ਹਾਂ ਕਿ ਕਿਸਾਨ ਆਪਣੀ ਮੰਗ ਤੇ ਅੜੇ ਨੇ ਕਿ ਅਸੀਂ ਕਾਨੂੰਨ ਰੱਦ ਕਰਾ ਕੇ ਜਾਵਾਂਗੇ, ਬਿਨਾਂ ਕਾਨੂੰਨ ਰੱਦ ਕਰਾਏ ਅਸੀਂ ਬਿਲਕੁਲ ਵੀ ਨਹੀਂ ਹਿੱਲਾਂਗੇ। ਇਸੇ ਕਰਕੇ ਮੈਂ ਕਹਿ ਰਿਹਾ ਕਿ ਅਸੀਂ ਬਿਲਕੁਲ ਮੰਨ ਕੇ ਤੁਰੇ ਹੋਏ ਹਾਂ ਕਿ ਲੜਾਈ ਲੰਮੀ ਆ ਔਰ ਇਸ ਨੂੰ ਸਬਰ ਸੰਜਮ ਨਾਲ ਲੜਨਾ ਪੈਣਾ ਆ, ਦ੍ਰਿੜਤਾ ਨਾਲ ਲੜਨਾ ਪੈਣਾ ਆ। ਤਾਂ 26 ਇਜ਼ ਵਨ ਡੇਟ, ਠੀਕ ਹੈ। 26 ਤੋਂ ਬਾਅਦ ਵੀ ਅੱਗੇ ਜਾਰੀ ਰਹੂਗਾ। ਅਸੀਂ ਰਿਪੀਲ ਲਈ फाइट करन आए हैं और अपील ਲਈ ਲੜਾਂਗੇ। ਜਿੰਨੀ ਦੇਰ ਤੱਕ ਦਮ ਚ ਦਮ ਹੈ ਉਹ ਲੜਾਂਗੇ। 26 ਤਰੀਕ ਦੀ ਤੁਹਾਡੀ ਅਗਲੀ ਰਣਨੀਤੀ ਕੀ ਰਹੇਗੀ? ਇਹ 15 ਦੀ ਮੀਟਿੰਗ ਤੋਂ ਬਾਅਦ ਚ ਇਸ ਤੇ ਇੰਪਲੀਮੈਂਟੇਸ਼ਨ ਕਿਵੇਂ ਹੋਣੀ ਉਹ ਡਿਸਕਸ ਕਰਕੇ ਤੁਹਾਡੇ ਸਾਹਮਣੇ ਰੱਖ ਦਿਆਂਗੇ। ਕਿਸਾਨਾਂ ਵੱਲੋਂ ਇਹ ਪਹਿਲਾਂ ਹੀ ਕਹਿ ਦਿੱਤਾ ਗਿਆ ਕਿ ਅਸੀਂ ਲੋਹੜੀ ਦਾ ਤਿਉਹਾਰ ਵੀ ਮਨਾਵਾਂਗੇ, ਮਹਿਲਾ ਦਿਵਸ ਵੀ ਮਨਾਵਾਂਗੇ ਤੇ 26 ਤਾਰੀਖ ਨੂੰ ਕਿਸਾਨ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਲੈ ਕੇ ਇੱਥੇ ਪਹੁੰਚ ਰਹੇ ਨੇ। ਹਾਲੇ ਅਸੀਂ ਕਿਸਾਨਾਂ ਨੂੰ 26 ਦੀ ਕਿਸਾਨ ਪਰੇਡ ਦਾ ਸੱਦਾ ਦਿੱਤਾ, ਉਹ ਕਰਨੀ ਕਿਵੇਂ ਆ ਇਸ ਦੀਆਂ ਅਸੀਂ ਮੋਡੈਲਿਟੀਜ਼ ਜਾਂ ਇਹਦੀ ਪ੍ਰਕਿਰਿਆ ਤੈਅ ਕਰਕੇ ਤੁਹਾਡੇ ਮਾਧਿਅਮ ਰਾਹੀਂ ਸਾਰੇ ਲੋਕਾਂ ਤੱਕ ਲੈ ਜਾਵਾਂਗੇ। ਕਿਉਂਕਿ
ਕਿਉਂਕਿ ਹੁਣ 15 ਤਰੀਕ ਦੀ ਗੱਲ ਕੀਤੀ ਜਾਵੇ, 15 ਤਰੀਕ ਨੂੰ ਮੀਟਿੰਗ ਹੈ ਤੁਹਾਡੀ ਕੇਂਦਰ ਸਰਕਾਰ ਦੇ ਨਾਲ। ਤੁਹਾਡੇ ਵੱਲੋਂ ਹਰ ਵਾਰ ਮਤਲਬ ਕਿ ਉਮੀਦ ਲਗਾਈ ਜਾਂਦੀ ਹੈ ਕਿ ਇਸ ਵਾਰ ਕੋਈ ਨਾ ਕੋਈ ਨਤੀਜਾ ਨਿਕਲੇਗਾ, ਪਰ ਹਰ ਵਾਰ ਕੇਂਦਰ ਸਰਕਾਰ ਵੱਲੋਂ ਅਗਲੀ ਮਿਤੀ ਦੇ ਦਿੱਤੀ ਜਾਂਦੀ ਹੈ। ਤੇ ਤੁਹਾਨੂੰ ਨਹੀਂ ਲੱਗਦਾ ਇਸ ਵਾਰ ਫਿਰ, ਜਿਸ ਤਰ੍ਹਾਂ ਕਿ ਤੁਹਾਡੀ ਪੂਰੀ ਉਮੀਦ ਹੈ ਕਿ ਇਸ ਵਾਰ ਕੋਈ ਨਾ ਕੋਈ ਸਿੱਟਾ ਨਿਕਲੇਗਾ, ਪਰ ਕੇਂਦਰ ਸਰਕਾਰ ਵੱਲੋਂ ਜਿਸ ਹੱਦ ਤੱਕ ਲੱਗਦਾ ਹੈ ਕਿ ਅਗਲੀ ਫਿਰ ਤਰੀਕ ਦਿੱਤੀ ਜਾਏਗੀ, ਕਿਉਂਕਿ ਉਹਨਾਂ ਵੱਲੋਂ ਹਰ ਵਾਰ ਅੰਦੋਲਨ ਨੂੰ ਲੰਬਾ ਲਮਕਾਉਣ ਦੀ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਸਾਨੂੰ ਥਕਾਉਣ ਤੇ ਹੰਭਾਉਣ ਦੀ ਕੋਸ਼ਿਸ਼ 'ਚ ਨੇ। ਇਹਦੇ 'ਚ ਉਹਨਾਂ ਦੀ ਇਹ ਗੇਮ ਹੈ ਕਿ ਇਸ 'ਚੋਂ ਕੁਝ ਹਿੱਸਾ ਤੋੜ ਲਿਆ ਜਾਵੇ। ਇਹ ਉਹਨਾਂ ਦਾ ਭਰਮ ਰਹੇਗਾ। ਇਹ ਯੂਨਾਈਟਿਡ ਸਟਰਗਲ ਹੈ, ਸੰਯੁਕਤ ਮੋਰਚੇ ਦੀ ਸਾਰੀ ਏਕਤਾਬੱਧ ਸਟਰਗਲ ਹੈ, ਤੇ ਅਸੀਂ ਇਹਦੇ 'ਚ ਸੂਤਰਬੱਧ ਰਹਾਂਗੇ, ਲੜਾਂਗੇ। ਉਹਨਾਂ ਦੀ ਥਕਾਉਣ ਦੀ ਨੀਤੀ ਕਾਰਗਰ ਨਹੀਂ ਹੋਣੀ। ਕਿਉਂਕਿ ਕਿਸਾਨਾਂ ਦਾ ਇਹੀ ਕਹਿਣਾ ਹੈ, ਜਿਸ ਤਰ੍ਹਾਂ ਕਿ ਲਗਾਤਾਰ ਤੁਸੀਂ ਸੁਣਿਆ ਕਿ ਕਿਸਾਨਾਂ ਦਾ ਕੀ ਕਹਿਣਾ, ਕਿਸਾਨ ਲਗਾਤਾਰ ਦਿੱਲੀ ਬਾਰਡਰਾਂ ਤੇ ਡਟਣ ਲਈ ਤਿਆਰ ਨੇ, ਪਰ ਇੱਥੋਂ ਹਿੱਲਣ ਲਈ ਤਿਆਰ ਨਹੀਂ। ਜਿਸ ਤਰ੍ਹਾਂ ਕਿ ਤੁਸੀਂ ਇਹਨਾਂ ਵੱਲੋਂ ਵੀ ਸੁਣਿਆ ਕਿ ਜੋ ਅਗਲੀ ਰਣਨੀਤੀ ਹੈ 15 ਤਰੀਕ ਦੀ ਮੀਟਿੰਗ ਤੋਂ ਬਾਅਦ ਹੀ ਹੋਵੇਗੀ, ਕਿਉਂਕਿ 15 ਤਰੀਕ ਦੀ ਜੋ ਬੈਠਕ ਹੈ ਬਹੁਤ ਹੀ ਅਹਿਮ ਮੰਨੀ ਜਾ ਰਹੀ ਹੈ। ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਮਨਿੰਦਰ ਕੌਰ, ਐਨਬੀ ਨਿਊਜ਼, ਸਿੰਘੂ ਬਾਰਡਰ। ਨਾਲ ਦਰਸ਼ਨਪਾਲ ਸਿੰਘ ਜੀ ਮੌਜੂਦ ਨੇ, ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨ ਆਗੂ। ਸਰ, ਜਿਸ ਤਰ੍ਹਾਂ ਕਿ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ, ਪਰ ਹਰ ਮੀਟਿੰਗ ਹੀ ਜੋ ਬੇਸਿੱਟਾ ਰਹਿ ਰਹੀ ਹੈ, ਆਖਿਰਕਾਰ ਹੱਲ ਕੀ ਨਿਕਲ ਸਕਦਾ ਹੈ? ਹੱਲ ਇਹੀ ਨਿਕਲ ਸਕਦਾ ਕਿ ਸਰਕਾਰ ਵਨ ਸਾਈਡਡ ਇਹਨਾਂ ਨੂੰ ਰਿਪੀਲ ਕਰਨ ਦਾ ਐਲਾਨ ਕਰੇ, ਜਾਂ ਸਾਡੇ ਨਾਲ ਮੀਟਿੰਗ ਕਰਕੇ ਉਹਦੇ 'ਚ ਵਾਅਦਾ ਕਰੇ ਕਿ ਅਸੀਂ ਇਹਨੂੰ ਰਿਪੀਲ ਕਰਾਂਗੇ। ਰਿਪੀਲ ਕਰਨ ਲਈ ਅਸੀਂ ਪਾਰਲੀਮੈਂਟ ਦਾ ਸਪੈਸ਼ਲ ਸੈਸ਼ਨ ਬੁਲਾ ਲਾਂਗੇ, ਵਗੈਰਾ ਵਗੈਰਾ ਜੋ ਵੀ ਸਰਕਾਰ ਸੋਚਦੀ ਹੈ। ਜਿਵੇਂ ਕਿਉਂਕਿ ਹਰ ਵਾਰ ਕਿਸਾਨ ਆਗੂ ਨੇ ਜਿਹੜੇ ਮੀਟਿੰਗ ਦੇ ਵਿੱਚ ਜਾਂਦੇ ਨੇ, ਤੇ ਹਰ ਵਾਰ ਲੱਗਦਾ ਕਿ ਕੋਈ ਨਾ ਕੋਈ ਨਤੀਜਾ ਜ਼ਰੂਰ ਨਿਕਲੇਗਾ, ਪਰ ਕੇਂਦਰ ਸਰਕਾਰ ਵੱਲੋਂ ਹਰ ਵਾਰ ਅੱਗੇ ਮੀਟਿੰਗ ਦੀ ਜੋ ਡੇਟ ਦੇ ਦਿੱਤੀ ਜਾਂਦੀ ਹੈ ਤੇ ਕਿਸਾਨ ਫਿਰ ਮੀਟਿੰਗ 'ਚ ਚਲੇ ਜਾਂਦੇ ਨੇ। ਤੇ ਇਸ ਤਰ੍ਹਾਂ ਤੁਹਾਨੂੰ ਨਹੀਂ ਲੱਗਦਾ ਕਿ ਇਹ ਅੰਦੋਲਨ ਹੈ ਜਿਹੜਾ ਲੰਬਾ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਵੱਲੋਂ? ਨਹੀਂ, ਲੰਬਾ ਤਾਂ ਖਿੱਚਣ ਦੀ ਕੋਸ਼ਿਸ਼ ਨਹੀਂ, ਲੰਬਾ ਬਹੁਤ ਹੋ ਗਿਆ ਪਹਿਲਾਂ, ਲੇਕਿਨ ਅਸੀਂ ਵੀ ਇਹ ਸੋਚ ਕੇ ਆਏ ਹਾਂ ਕਿ ਲੰਬਾ ਜਿੰਨਾ ਵੀ ਹੁੰਦਾ ਹੋਵੇ, ਅਸੀਂ ਸਰਕਾਰ ਦੇ ਉੱਤੇ ਦਬਾਅ ਬਣਾਈ ਰੱਖਣਾ। ਤੇ ਸਰਕਾਰ ਵੀ ਦੇਖ ਰਹੀ ਹੈ, ਲੋਕ ਵੀ ਦੇਖ ਰਹੇ ਨੇ, ਦੇਸ਼ ਦੇ ਲੋਕ ਵੀ ਦੇਖ ਰਹੇ, ਦੁਨੀਆ ਵੀ ਦੇਖ ਰਹੀ ਹੈ। ਔਰ ਮੈਨੂੰ ਨਹੀਂ ਲੱਗਦਾ ਵੀ ਕੋਈ, ਜਿਵੇਂ ਕਹਿੰਦੇ ਨਹੀਂ, ਸਮਾਂ 'ਚ ਦੇਰ ਤਾਂ ਹੁੰਦੀ ਹੈ ਪਰ ਅੰਧੇਰ ਨਹੀਂ ਹੁੰਦਾ। ਇੱਕ ਨਾ ਇੱਕ ਦਿਨ ਜਿਹੜਾ ਦਬਾਅ ਇਸ ਕਿਸਮ ਦਾ ਵਧੂਗਾ ਕਿ ਸਰਕਾਰ ਨੂੰ ਮਜਬੂਰ ਹੋ ਕੇ ਮੰਨਣਾ ਪਊਗਾ। ਦਰਸ਼ਨਪਾਲ ਜੀ, ਗੱਲ ਕੀਤੀ ਜਾਵੇ ਤਾਂ ਅੰਦੋਲਨ ਹੈ ਜਿਹੜੇ 48 ਦਿਨ ਹੋ ਚੁੱਕੇ ਨੇ, ਤੇ ਜੋ ਕਿਸਾਨਾਂ ਦੀਆਂ ਮੌਤਾਂ ਨੇ ਉਹ ਵੀ 70 ਦੇ ਕਰੀਬ ਹੋ ਚੁੱਕੀਆਂ ਨੇ, ਪਰ ਕੇਂਦਰ ਸਰਕਾਰ ਅਜੇ ਵੀ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ। ਹਰ ਰੋਜ਼ ਕਿਸਾਨਾਂ ਦੀ ਜਿਹੜੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਨਹੀਂ, ਕਿਸਾਨਾਂ ਦੀਆਂ 70 ਨਹੀਂ ਜੀ, 120 ਮੌਤਾਂ ਹੋ ਚੁੱਕੀਆਂ ਨੇ। ਇਸ ਕਰਕੇ ਕਿਸਾਨਾਂ ਦੀਆਂ ਮੌਤਾਂ ਪ੍ਰਪੋਰਸ਼ਨੇਟਲੀ ਵਧਣਗੀਆਂ ਹੀ ਜਿੰਨੀ ਦੇਰ ਲੋਕ ਬੈਠਣਗੇ। ਨੰਬਰ 1। ਨੰਬਰ 2, ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ, ਇਹ ਵੀ ਤੁਹਾਡੀ ਗੱਲ ਠੀਕ ਹੈ। ਹੁਣ ਸਵਾਲ ਇਹ ਹੈ ਵੀ ਸਾਡਾ ਅੰਦੋਲਨ ਕਿੰਨਾ ਕੁ ਤੀਬਰ ਤੇ ਕਿੰਨਾ ਕੁ ਵਿਸ਼ਾਲ ਹੁੰਦਾ, ਉਹ 'ਤੇ ਨਿਰਭਰ ਹੋਊਗਾ ਵੀ ਇਹ ਸਰਕਾਰ ਕਿੰਨੀ ਜਲਦੀ ਝੁਕਦੀ ਹੈ। ਉਹਦੇ ਲਈ ਅਸੀਂ ਜ਼ੋਰ ਲਗਾਇਆ ਹੋਇਆ, ਬਹੁਤ ਸਾਰੇ ਅਸੀਂ ਆਪਣੇ ਐਕਸ਼ਨ ਦਿੱਤੇ ਹੋਏ ਨੇ। ਉਹ ਐਕਸ਼ਨ ਨੇ ਜਿਹੜੇ ਲੋਕ ਲਾਗੂ ਕਰ ਰਹੇ ਨੇ, ਤੇ ਸਰਕਾਰ ਨੂੰ ਇੱਕ ਦਿਨ ਮਜਬੂਰ ਹੋ ਕੇ ਸਾਡੇ ਉਸ ਨੂੰ ਸਰਵਉੱਚ ਅਦਾਲਤ ਵੱਲੋਂ ਕੇਂਦਰ ਸਰਕਾਰ ਨੂੰ ਫਿਟਕਾਰ ਲਗਾਈ ਗਈ ਹੈ, ਪਰ ਫਿਰ ਵੀ ਕੇਂਦਰ ਸਰਕਾਰ ਵੱਲੋਂ ਟਸ ਤੋਂ ਮਸ ਹੁੰਦੀ ਦਿਖਾਈ ਨਹੀਂ ਦੇ ਰਹੀ। ਕਿਸਾਨ ਵੀ ਉਧਰ ਆਪਣਾ ਜੋ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਅੜੀਆ ਰਵੱਈਆ ਅਪਣਾ ਰਹੀ ਹੈ। ਤੇ ਤੁਹਾਨੂੰ ਕੀ ਲੱਗਦਾ ਜੋ ਹੁਣ ਆਉਣ ਵਾਲੀ 15 ਤਾਰੀਖ ਹੈ, ਇਸ ਦੇ ਵਿੱਚ ਕੋਈ ਹੱਲ ਨਿਕਲ ਪਾਏਗਾ ਜਾਂ ਫਿਰ ਨਹੀਂ? ਨਹੀਂ, 15 ਤਰੀਕ ਨੂੰ ਮੈਨੂੰ ਲੱਗਦਾ, ਦੇਖੋ ਜਿੰਨਾ ਸਾਡਾ ਪ੍ਰੈਸ਼ਰ ਬਣਿਆ ਹੱਲ ਹੋਣਾ ਚਾਹੀਦਾ। ਹੁਣ ਸਰਕਾਰ ਦੀ ਮਰਜ਼ੀ ਹੈ ਹੱਲ ਕੱਢਦੀ ਕਿ ਨਹੀਂ ਕੱਢਦੀ, ਕਿਉਂਕਿ ਹਰ ਵਾਰ ਇਹੀ ਉਮੀਦ ਜਤਾਈ ਜਾਂਦੀ ਹੈ ਕਿਸਾਨਾਂ ਵੱਲੋਂ ਕਿ ਹੱਲ ਨਿਕਲੇਗਾ, ਤੇ ਬਾਈ ਚਾਂਸ ਅਗਰ ਮੰਨ ਲਓ ਕਿ ਕੋਈ ਵੀ ਹੱਲ ਨਹੀਂ ਨਿਕਲਦਾ ਤਾਂ 26 ਤਾਰੀਖ ਦੀ ਕੀ ਰਣਨੀਤੀ ਰਹੇਗੀ? ਨਹੀਂ, ਉਮੀਦ ਤੇ ਦੁਨੀਆ ਚੱਲਦੀ ਹੈ। 26 ਤਰੀਕ ਦੀ ਸਾਡੀਆਂ ਤਿਆਰੀਆਂ ਨੇ ਪੂਰੀਆਂ। 26 ਤਰੀਕ ਤੋਂ ਪਹਿਲਾਂ ਜਿੰਨੇ ਪ੍ਰੋਗਰਾਮ ਨੇ ਉਹਨਾਂ ਨੂੰ ਤਨਦੇਹੀ ਨਾਲ ਲਾਗੂ ਕਰਾਂਗੇ। ਲੋਹੜੀ ਵਾਲੇ ਨੂੰ, ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ, ਆਪਣੇ ਸੁਭਾਸ਼ ਚੰਦਰ ਬੋਸ ਜੀ ਦੇ ਦਿਨ ਤੇ ਉਸ ਤੋਂ ਪਹਿਲਾਂ 18 ਤਰੀਕ ਦੇ ਕਿਸਾਨ ਔਰਤ ਦਿਵਸ ਨੂੰ ਤਨਦੇਹੀ ਨਾਲ ਲਾਗੂ ਕਰਾਂਗੇ ਤੇ ਪ੍ਰੈਸ਼ਰ ਵਧਾਵਾਂਗੇ ਪੂਰਾ। ਜਿਸ ਤਰ੍ਹਾਂ ਕਿ ਤੁਸੀਂ ਸੁਣਿਆ ਕਿ ਦਰਸ਼ਨਪਾਲ ਦਾ ਕੀ ਕਹਿਣਾ, ਕਿਸਾਨ ਆਗੂ ਦਾ, ਕਿਸਾਨ ਲਗਾਤਾਰ ਇਸ ਸੰਘਰਸ਼ ਦੇ ਵਿੱਚ ਆ ਰਹੇ ਨੇ ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਕਾਫੀ ਨਾਖੁਸ਼ ਵੀ ਕਿਸਾਨ ਦਿਖਾਈ ਦੇ ਰਹੇ ਨੇ। ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਮਨਿੰਦਰ ਦੀ ਰਿਪੋਰਟ, ਐਨਬੀ ਨਿਊਜ਼, ਸਿੰਘੂ ਬਾਰਡਰ। ਕਿਸਾਨੀ ਸੰਘਰਸ਼ ਦਿਨੋਂ ਦਿਨ ਤੇਜ਼ ਹੁੰਦਾ ਜਾ ਰਿਹਾ, ਉੱਥੇ ਕਿਸਾਨ ਬਿਲਕੁਲ ਵੀ ਟਸ ਤੋਂ ਮਸ ਹੁੰਦੇ ਦਿਖਾਈ ਨਹੀਂ ਦੇ ਰਹੇ। ਇਸੇ ਤਹਿਤ ਅੱਜ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਰੁਲਦੂ ਸਿੰਘ ਕਿਸਾਨ ਆਗੂ ਮੌਜੂਦ ਨੇ। ਜਿਸ ਤਰ੍ਹਾਂ ਕਿ ਸਰ, ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਨੂੰ ਤੇਜ਼ ਕੀਤਾ ਜਾ ਰਿਹਾ, ਕਿਸਾਨ ਬਿਲਕੁਲ ਵੀ ਨਹੀਂ ਹਿਲ ਰਹੇ, ਤੇ ਉਧਰ ਹੀ ਸੁਪਰੀਮ ਕੋਰਟ ਵੱਲੋਂ ਵੀ 4 ਮੈਂਬਰੀ ਜੋ ਕਮੇਟੀ ਹੈ ਗਠਿਤ ਕੀਤੀ ਗਈ ਹੈ। ਉਹ ਕਮੇਟੀ ਕਿਸਾਨ ਵਿਰੋਧੀ ਹੈ। ਉਹਨਾਂ ਨੇ ਵੱਡੇ ਵੱਡੇ ਲੇਖ ਸਰਕਾਰ ਦੇ ਹੱਕ ਚਲਾਏ ਨੇ। ਖਾਸ ਕਰਕੇ ਭੁਪਿੰਦਰ ਮਾਨ ਨੇ ਵੱਡੇ ਅੰਦੋਲਨ ਦਾ ਉਹਦਾ ਫਾਇਦਾ ਉਠਾਇਆ, ਰਾਜ ਸਭਾ ਦਾ ਮੈਂਬਰ ਬਣਿਆ। ਅਸੀਂ ਤਾਂ ਉਹਨਾਂ ਨੂੰ ਕਿਸਾਨਾਂ ਦੇ ਦੁਸ਼ਮਣ ਸਮਝਦੇ ਹਾਂ। ਉਹ ਕਮੇਟੀ ਨੂੰ ਅਸੀਂ ਕੋਈ ਮੰਨਾਂਗੇ ਨਹੀਂ। ਅੱਜ ਤੱਕ ਕਮੇਟੀ ਨੂੰ ਤਾਂ ਵੀ ਨਹੀਂ ਮੰਨਦੇ ਜੇ ਸੁਪਰੀਮ ਕੋਰਟ 5.5 ਬੰਦੇ ਪਾ ਦਿੰਦੀ। ਕਿਉਂ? ਠੀਕ ਹੈ ਨਾ, ਬੰਦਾ ਮਾਰਨਾ, ਬੰਦਾ ਖਰੀਦਣਾ ਕੋਈ ਵੱਡੀ ਚੀਜ਼ ਨਹੀਂ ਹੁੰਦੀ। ਠੀਕ ਹੈ, ਉਹ ਮਨ ਕਰੇ ਸਾਡੇ 5 ਬੰਦੇ ਸਾਡੇ 2 ਨੂੰ ਖਰੀਦ ਲਾਂਦੀ, ਸਾਡੇ 3 ਰਹਿ ਜਾਂਦੇ, ਵੱਧ ਜਾਂਦੇ, ਫਿਰ ਕੀ ਕਰ ਲੈਂਦੇ ਉਸ ਗੱਲ ਨੂੰ?
ਕਮੇਟੀ ਬਣਾਈ ਗਈ ਹੈ ਕਿਤੇ ਨਾ ਕਿਤੇ ਇਹ ਕਿਹਾ ਜਾ ਰਿਹਾ ਕਿ ਇਹ ਕਿਸਾਨਾਂ ਲਈ ਫਾਇਦੇਦਾਰ ਹੈ, ਕਿਉਂਕਿ ਜਿਹੜੇ ਇਸ 'ਚ ਮੈਂਬਰ ਕੀਤੇ ਗਏ ਨੇ ਉਹ ਜਿਹੜੇ ਨੇ ਮੈਂਬਰ ਨੇ ਪਹਿਲਾਂ ਹੀ ਕੀ ਕਹਿ ਰਹੇ ਨੇ ਕਿ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਇਹਨਾਂ ਪਹਿਲਾਂ ਫਾਇਦਾ ਕਿਵੇਂ ਜੂ? ਕਿੰਨੇ ਕੁ ਸਾਡੇ ਹੱਕ 'ਚ ਲੇਖ ਲਾਏ ਨੇ? ਚਾਰੇ ਬੰਦੇ ਦੱਸਣ ਮੈਨੂੰ, ਚਾਰੇ ਬੰਦਿਆਂ ਨੇ ਕੋਈ ਸਾਡੇ ਹੱਕ 'ਚ ਖਬਰ ਦਿੱਤੀ ਹੋਵੇ, ਸਾਡੇ ਹੱਕ 'ਚ ਕੋਈ ਕਿਤਾਬ ਲਿਖੀ ਹੋਵੇ, ਸਾਡੇ ਹੱਕ 'ਚ ਕੋਈ ਲੇਖ ਲਾ, ਇਹ ਲਿਖਦੇ ਤਾਂ ਉਹਦੇ ਪੱਖ 'ਚ ਨੇ, ਕਾਨੂੰਨ ਵਧੀਆ ਨੇ ਜੀ, ਕਾਨੂੰਨ ਫਲਾਨਾ ਕੁਝ ਕਾਨੂੰਨ ਹੈ, ਉਹਨਾਂ ਨੂੰ ਅਸੀਂ ਕਿਵੇਂ ਮੰਨ ਲਾਂਗੇ? ਭਲਾ ਸਰਵਉੱਚ ਅਦਾਲਤ ਵੱਲੋਂ ਇਹਨਾਂ ਕਾਨੂੰਨਾਂ ਦੇ ਉੱਤੇ ਸਟੇ ਵੀ ਲਗਾ ਦਿੱਤੀ ਗਈ ਹੈ। ਸਰਵਉੱਚ ਅਦਾਲਤ ਨੂੰ ਬੇਨਤੀ ਕਰਦਾ ਇਹਨੂੰ ਖਾਰਜ ਕਰ ਦਿੰਦੀ, ਜਿਹੜੀ ਪਾਵਰ ਹੈ ਉਹਨੂੰ ਪਾਵਰ ਵਰਤ ਲੈਣੀ ਚਾਹੀਦੀ ਅੱਜ ਲੋਕਾਂ ਦੇ ਹੱਕ 'ਚ, ਵੀ ਅਸੀਂ ਖਾਰਜ ਕਰਤੇ, ਨਾਲੇ ਸਰਕਾਰ ਦੀ ਇੱਜ਼ਤ ਰਹਿ ਜਾਂਦੀ, ਨਾਲੇ ਅਸੀਂ ਆਪਦੇ ਘਰ ਨੂੰ ਵਗ ਜਾਂਦੇ। ਜਿਸ ਤਰ੍ਹਾਂ ਕਿ ਜਾਨੀ ਤੇ ਹਰਜੀਤ ਗਰੇਵਾਲ ਦਾ ਕਿਸਾਨਾਂ ਵੱਲੋਂ ਬਾਈਕਾਟ ਕੀਤਾ ਗਿਆ, ਬਾਈਕਾਟ ਕਰਨ ਦਾ ਰੀਜ਼ਨ ਕੀ ਰਿਹਾ? ਅੱਜ ਤਾਂ ਮਰਜਾਨ ਪੰਜਾਬ 'ਚ ਹੋਰ ਸਤਿਕਾਰ ਕਰਨਗੇ ਲੋਕ, ਉਹਨਾਂ ਦਾ ਤਿਆਰੀ ਕਰੀ ਬੈਠੇ, ਹਾਰ ਪਾਉਣਗੇ ਉਹਨਾਂ ਦੇ ਜਾ ਕੇ ਜਾਂਦਿਆਂ ਨੂੰ, ਪੂਰਾ ਕਰਨਗੇ ਸਤਿਕਾਰ, ਇਸ ਦਾ ਕਰਨੇ ਤੇ ਬਾਈਕਾਟ ਕਰ। ਜੋ ਜਿਹੜਾ ਬੰਦਾ ਅੱਤ ਦਾ ਬੋਲੇ, ਖਿਲਾਫ ਬੋਲੇ, ਕਿਸੇ ਸੰਸਥਾਵਾਂ ਦੇ ਖਿਲਾਫ, ਕਿਸੇ ਕੌਮ ਦੇ ਖਿਲਾਫ, ਫਿਰ ਉਹ ਜਿਹੇ ਲੋਕਾਂ ਦਾ ਬਾਈਕਾਟ ਕਰਿਆ ਜਾਂਦਾ ਨਾ। ਤੇ ਹਰਜੀਤ ਗਰੇਵਾਲ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਕਿ ਅਗਰ ਕਿਸਾਨ ਸਾਡਾ ਬਾਈਕਾਟ ਕਰਦੇ ਨੇ, ਕਿਉਂਕਿ ਹਰ ਨਾਗਰਿਕ ਨੂੰ ਕਿਤੇ ਵੀ ਆਉਣ ਜਾਣ ਦੀ ਮਰਜ਼ੀ ਹੈ, ਕਿਤੇ ਵੀ ਆ ਜਾ ਸਕਦੇ ਨੇ, ਪਰ ਕਿਸਾਨਾਂ ਵੱਲੋਂ ਉਹਨਾਂ ਦਾ ਬਾਈਕਾਟ ਕਿਉਂ ਕੀਤਾ ਗਿਆ ਹੈ? ਹਰਜੀਤ ਗਰੇਵਾਲ ਦਾ ਕਹਿਣਾ ਕਿ ਅਸੀਂ ਵੀ ਹੁਣ ਕਾਨੂੰਨੀ ਤੌਰ ਤੇ ਪਟੀਸ਼ਨ ਪਾਵਾਂਗੇ। ਅਜੇ ਤਾਂ ਇਕੱਲਾ ਬਾਈਕਾਟ ਹੀ ਕਰੇ ਤਾਂ ਖੁੰਡਾ ਫੇਰਨ ਵਾਲਾ ਉਹਨਾਂ ਦੇ, ਅਜੇ ਤਾਂ ਇਕੱਲਾ ਬਾਈਕਾਟ ਹੀ ਕਰਨੇ ਨਾ, ਅਜੇ ਤਾਂ ਸੇਵਾ ਉਹਦੀ ਹੋਰ ਕਰਨ ਵਾਲੀ ਰਹਿੰਦੀ ਹੈ, ਅਜੇ ਤਾਂ ਇਕੱਲਾ ਬਾਈਕਾਟ ਹੀ ਹੋਏਗਾ। ਤੇ ਭਾਜਪਾ ਆਗੂਆਂ ਦਾ ਸਾਰਿਆਂ ਦੀ ਗੱਲਬਾਤ ਕੀਤੀ ਜਾਵੇ ਤਾਂ ਭਾਜਪਾ ਆਗੂਆਂ ਦਾ ਹੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ, ਕਿਉਂਕਿ ਭਾਜਪਾ ਹੈ ਜਿਹੜੀ ਇਹਨਾਂ ਕਾਨੂੰਨਾਂ ਨੇ ਲਿਆਉਣ ਦੇ ਵਿੱਚ ਜ਼ਿਆਦਾਤਰ ਦੇਖਿਆ ਜਾਏ ਤਾਂ ਭਾਜਪਾ ਦਾ ਹੱਥ ਹੈ, ਜਿਸ ਕਾਰਨ ਕਿਸਾਨ ਵਿਰੋਧ ਕਰ ਰਹੇ ਨੇ। ਨਹੀਂ, ਇਹ ਇਕੱਲਾ ਇਹ ਨਹੀਂ, ਇਹਦਾ ਜਿੱਦਣ ਦਾ ਨਰਸਿਮਹਾ ਰਾਓ ਪ੍ਰਧਾਨ ਮੰਤਰੀ ਬਣਿਆ ਸੀਗਾ ਉਦੋਂ ਦੇ ਕਾਨੂੰਨ ਆਏ ਨੇ, ਉਦੋਂ ਦਾ ਇਹਨੂੰ ਕਹਿੰਦੇ ਸੀ ਸੰਸਾਰੀਕਰਨ, ਉਧਾਰੀਕਰਨ, ਵਪਾਰੀਕਰਨ। ਅਸੀਂ ਉਦੋਂ ਵੀ ਵਿਰੋਧ ਕਰਿਆ ਸੀ, ਲੱਖ ਬੰਦਾ ਅਸੀਂ ਦਿੱਲੀ ਦੇ ਵਿੱਚ ਇਕੱਠਾ ਕਰਿਆ ਸੀ ਵੀ ਨਹੀਂ ਹੋਣੇ ਚਾਹੀਦੇ। ਫਿਰ ਡਾਕਟਰ ਮਨਮੋਹਨ ਸਿੰਘ ਵੀ ਲਿਆਉਣੇ, ਉਹ ਡਾਕਟਰ ਮਨਮੋਹਨ ਨੇ ਕਿਹਾ ਸੀ ਇਹਨੂੰ ਡੰਕਲ ਸਮਝੌਤਾ, ਅਸੀਂ ਉਦੋਂ ਹੀ ਵਿਰੋਧ ਕਰਿਆ ਸੀਗਾ। ਪਰ ਇਹ ਸਰਕਾਰ ਵੱਧ ਪਾਵਰ 'ਚ ਆ ਗਈ, ਇਹਨੇ ਲਾਗੂ ਕਰਤੇ। ਲਾਗੂ ਤਾਂ ਜੇ ਇਹ ਆ ਬਿਮਾਰੀ ਜੀ ਨਾ ਲਿਆਉਂਦੇ, ਬਿਮਾਰੀ ਹੈ ਹੀ ਨਹੀਂ, ਬਿਮਾਰੀ ਲਿਆਂਦੀ ਹੋਈ ਹੈ ਇਹਨਾਂ ਦੀ, ਲੋਕਾਂ ਨੂੰ ਬਿਮਾਰੀ 'ਚ ਫਸਾ ਤਾਂ ਮੂੰਹ ਢੱਕ ਲਓ ਜੀ, ਅੰਦਰ ਵੜ ਜਾਓ ਜੀ, ਚੱਕ ਕੇ ਕਾਨੂੰਨ ਲਾਗੂ ਕਰਤੇ। ਜੇ ਉਹ ਕਰਦੇ ਫਿਰ ਦਿਖਾਉਂਦੇ ਪੰਜੀ ਦਾ ਪਾਉਣ ਇਹਨਾਂ ਨੂੰ, ਜੇ ਇਹਨਾਂ ਦਾ ਉਹਦੀ ਨਾ ਘੇਰ ਲੈਂਦੇ। ਵੀ ਇਸ ਕਰਕੇ ਨਾ ਲੋਕਾਂ ਨੂੰ ਬਿਮਾਰੀ 'ਚ ਡਰਾ ਕੇ ਲੋਕਾਂ ਦੇ ਮੂੰਹ ਬਣਾਤੇ, ਇਹ ਇਹਨਾਂ ਨੇ ਉਹ ਕਾਨੂੰਨ ਲਾਗੂ ਕਰਤੇ, ਇਸ ਕਰਕੇ ਇਹਨਾਂ ਨੂੰ ਵਾਪਸ ਲੈਣੇ ਆ। ਸੁਪਰੀਮ ਕੋਰਟ ਵੱਲੋਂ ਇਹ ਵੀ ਕਿਹਾ ਗਿਆ ਹੈ ਜਿਹੜੇ ਇੱਥੇ ਬੱਚੇ ਨੇ, ਬਜ਼ੁਰਗ ਨੇ, ਉਹਨਾਂ ਨੂੰ ਵਾਪਸ ਘਰ ਭੇਜ ਦਿੱਤਾ ਜਾਵੇ। ਮੈਨੂੰ ਵਾਰੀ ਕਹਿਣਾ ਫਿਰ ਮੈਂ ਤੇ ਰਾਜੇਵਾਲ ਵਗ ਜਾਈਏ, ਰਾਜੇਵਾਲ ਮੈਥੋਂ ਵੱਡਾ ਹੈਗਾ 80 ਸਾਲ ਦਾ, ਮੈਂ 70 ਸਾਲ ਦਾ, ਫਿਰ ਤਾਂ ਸਾਨੂੰ ਜਾਣਾ ਚਾਹੀਦਾ ਨਾ। ਫਿਰ ਤਾਂ ਜੇ ਉਹ ਤੌਰ ਤੇ ਅਸੀਂ ਗੱਲ ਨਾ ਮੰਨੀ, ਫਿਰ ਕੋਰਟ ਕੋਲ ਸਾਡੀ ਗੱਲ ਨਹੀਂ ਮੰਨੀ, ਵੀ ਸਾਡੇ ਧੀਨ ਕਰਦੇ ਨੇ ਇਹ। ਕੋਰਟ ਨੂੰ ਸਮਝ ਲੈਣਾ ਚਾਹੀਦਾ, ਲੋਕਾਂ ਦੀ ਜਿਵੇਂ ਬੁੜਾ, ਬੱਚਾ, ਲੇਡੀ ਜੀ ਜ਼ਮੀਨ ਦੇ ਮਾਲਕਾਂ, ਜ਼ਮੀਨ ਜਾ ਰਹੀ ਹੈ, ਜ਼ਮੀਨ ਪਿੱਛੇ ਅਸੀਂ ਸਾਰਾ ਕੁਝ ਆਪਦਾ ਵਾਰਦੇ ਨੇ। ਲਗਾਤਾਰ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ, ਆਖਿਰਕਾਰ ਮੀਟਿੰਗਾਂ ਦੇ ਵਿੱਚ ਹੱਲ ਕਿਉਂ ਨਹੀਂ ਨਿਕਲ ਪਾ ਰਿਹਾ? ਉਹ ਤਾਂ ਮੋਦੀ ਨੂੰ ਪਤਾ ਕਿਉਂ ਨਹੀਂ ਹੱਲ ਕੱਢਣਾ ਚਾਹੀਦਾ, ਵੀ ਐਡਾ ਮਾੜਾ ਕਿਉਂ ਬੰਦੇ ਨੂੰ ਹੱਲ ਕੱਢ ਦੇਣਾ ਚਾਹੀਦਾ ਹੈਗਾ। ਤੇ ਜਿਹੜੀ ਹੁਣ 15 ਤਰੀਕ ਨੂੰ ਮੀਟਿੰਗ ਹੋਵੇਗੀ, ਤੁਹਾਨੂੰ ਕੀ ਲੱਗਦਾ ਉਸ ਦੇ ਵਿੱਚ ਕੋਈ ਹੱਲ ਨਿਕਲ ਪਾਏਗਾ? ਮੇਰਾ ਖਿਆਲ ਹੈ ਅਸੀਂ ਤਾਂ ਆਸ ਕਰਕੇ ਜਾਂਦੇ ਹੁੰਦੇ ਹਾਂ, ਜਦੋਂ ਵੀ ਕਿਸੇ ਮੀਟਿੰਗ ਤੇ ਗਿਆ ਆਸ ਕਰਕੇ ਗਿਆ ਵੀ ਹੱਲ ਨਿਕਲੂਗਾ, ਪਰ ਸਰਕਾਰ ਹੱਲ ਕੱਢਦੀ ਨਹੀਂ। ਤੇ ਹੁਣ ਕਿਸਾਨਾਂ ਵੱਲੋਂ ਅਗਲੀ ਰਣਨੀਤੀ ਕੀ ਰਹੇਗੀ? ਸੰਘਰਸ਼ ਨੀਤੀ, ਸਾਡਾ ਸੰਘਰਸ਼। ਇਸ ਤਰ੍ਹਾਂ ਤੇ ਸੰਘਰਸ਼ ਬਹੁਤ ਲੰਬਾ ਜਾਏਗਾ, ਤੁਹਾਨੂੰ ਨਹੀਂ ਲੱਗਦਾ? ਚਾਚਾ ਜੀ ਸਿੰਘ ਨੇ 9 ਮਹੀਨੇ ਚਲਾਇਆ ਸੀਗਾ, ਜਿਹੜਾ ਸਿੱਖ ਕੌਮ ਸੱਜ ਗਿਆ, 10 ਪੀੜ੍ਹੀਆਂ ਲੱਗੀਆਂ ਨੇਗੀਆਂ। ਇਹ ਤਾਂ ਲੰਮਾ ਸਮੇਂ ਲੱਗਦੇ ਹੁੰਦੇ ਨੇਗੇ, ਸਿੱਖ ਕੌਮ ਮਹੀਨੇ ਸੱਜ ਗਈ, 10 ਪਾਤਸ਼ਾਹੀਆਂ ਲੱਗੀਆਂ ਨੇ। ਜੇ ਆਪਾਂ ਗੱਲ ਕਰ ਲਈਏ, ਇਹ ਕਿਸਾਨਾਂ ਦਾ ਸੰਘਰਸ਼ ਹੈ, ਇਹ ਲੰਮਾ ਚੱਲ ਸਕਦਾਗਾ, ਸਮਝ ਲੈ। ਇਹ ਮੋਦੀ ਸਰਕਾਰ ਚੱਲ ਸਕਦਾ ਜਿੰਨਾ ਚਿਰ ਮੋਦੀ ਸਰਕਾਰ ਰਹੂਗੀ। ਕਿਉਂਕਿ ਅਗਰ ਇਸੇ ਤਰ੍ਹਾਂ ਸੰਘਰਸ਼ ਚੱਲਦਾ ਰਿਹਾ, ਕਿਉਂਕਿ ਭਾਜਪਾ ਆਗੂਆਂ ਦੇ ਪਹਿਲਾਂ ਵੀ ਬਿਆਨ ਆ ਰਹੇ ਨੇ ਕਿ ਕਿਸਾਨਾਂ ਨੂੰ ਬਾਹਰੋਂ ਪੈਸਾ ਆ ਰਿਹਾ, ਜਿਸ ਕਰਕੇ ਕਿਸਾਨ ਉੱਥੇ ਬੈਠੇ ਹੋਏ ਨੇ ਤੇ ਖਾ ਰਹੇ ਨੇ। ਤੁਸੀਂ ਕੰਪਨੀਆਂ ਤੋਂ ਪੈਸੇ ਲੈ ਲਓ, ਤੁਸੀਂ ਆਪਦਾ ਸਰਕਾਰ ਦਾ ਭੜੋਲਾ ਭਰ ਲਓ, ਤੁਸੀਂ ਅਰਬਾਂ ਰੁਪਈਆ ਕੰਪਨੀਆਂ ਤੋਂ ਲੈ ਲਓ। ਹੁਣ ਜੇ 4 ਸੇਲਰ ਸਾਡੇ ਕੋਲ ਆ ਕੇ ਢਿੱਡ ਦੁਖਣ ਲੱਗ ਗਿਆ ਇਹਨਾਂ ਦਾ ਵੀ ਕਿਉਂ ਅੰਦੋਲਨ ਚਲਾਈ ਜਾਂਦੇ। ਹੁਣ ਅੰਦੋਲਨ ਪੈਸੇ ਨਾਲ ਹੀ ਚੱਲੂਗਾ। ਹੁਣ ਅਸੀਂ ਆਪਣੀ ਜ਼ਮੀਨ ਵੇਚ ਕੇ ਪੈਸੇ ਲਾ ਦਾਂਗੇ, ਜ਼ਮੀਨ ਤਾਂ ਅਸੀਂ ਬਚਾਉਣ ਆਏ ਆਗੇ। ਉਹ ਸਾਰਾ ਕੁਝ ਕਹਿਣਗੇ, ਦੋਸ਼ਣ ਸਾਡੇ ਕਹੀ ਜਾਣ ਸਾਨੂੰ। ਤੇ 26 ਤਾਰੀਖ ਦੀ ਕੀ ਅਗਲੀ ਰਣਨੀਤੀ ਰਹੇਗੀ ਤੁਹਾਡੀ? ਮੇਰਾ ਖਿਆਲ ਹਜੇ ਤੱਕ ਪਤਾ ਹੀ ਨਹੀਂ ਲੱਗਿਆ। 26 ਤਰੀਕ ਨੂੰ ਆਪਾਂ ਮਾਰਚ ਕਰਾਂਗੇ, ਪਰੇਡ ਕਰਨੀ ਆ ਨਾ, ਸਾਰਾ ਦੇਸ਼ ਉਹਦੇ ਪਰੇਡ 'ਚ ਆਊਗਾ। ਤੇ ਜਿਸ ਤਰ੍ਹਾਂ ਕਿ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਵੱਲੋਂ ਲਾਲ ਕਿਲੇ ਦੇ ਵਿੱਚ ਝੰਡਾ ਵੀ ਲਹਿਰਾਇਆ ਜਾਏਗਾ, ਇਹ ਸੱਚਾਈ ਹੈ? ਨਹੀਂ, ਇਹ ਕਿਸੇ ਮੈਂ ਇੱਥੇ ਇਕੱਲਾ ਬੰਦਾ ਕੋਈ ਗੱਲ ਕਹਿਦਾ, ਉਹ ਮੈਂ ਸਾਰਿਆਂ ਦੀ ਰਾਏ ਨਹੀਂ ਹੁੰਦੀ। ਜਿਹੜੀ ਗੱਲ ਉੱਥੇ ਕਹੀ ਗਈ, ਮੈਥੋਂ ਵੀ ਕੋਈ ਹੋਰ ਗੱਲ ਨਿਕਲ ਸਕਦੀ ਹੈ। ਉਹ ਜਿਹੜੀ ਗੱਲ ਉੱਥੇ ਕਹੀ ਗਈ ਉਹ ਪੱਕੀ ਹੈ, ਇਹ ਜਿਹੜੀ ਮੈਂ ਕਹੂੰਗਾ ਉਹ ਮੇਰੀ ਇਕੱਲੇ ਦੀ ਮਰਜ਼ੀ ਹੈ। ਬਾਈ ਚਾਂਸ ਇਸ ਮੀਟਿੰਗ ਦੇ ਵਿੱਚ ਵੀ ਕੋਈ ਹੱਲ ਨਹੀਂ ਨਿਕਲਦਾ ਤਾਂ ਕਿਸਾਨਾਂ ਵੱਲੋਂ ਕਿੰਨਾ ਸੰਘਰਸ਼ ਤੇਜ਼ ਚੱਲੇਗਾ? ਮੇਰਾ ਖਿਆਲ ਤੇਜ਼ ਹੀ ਆ, ਬੈਠੇ ਆ ਸੜਕਾਂ ਰੁਕੀ ਬੈਠੇ ਰਵਾਂਗੇ। ਰਾਸ਼ਨ ਹਰਿਆਣੇ ਲਈ ਜਾਂਦੇ ਨੇ, ਦੂਜੇ ਆਪਣੇ ਸਾਡੀਆਂ ਸੰਸਥਾ ਖਵਾਈ ਜਾਂਦੇ ਨੇ, ਮੌਜ ਨਾਲ ਖਾਈ ਜਾਵਾਂਗੇ ਕੁਛ। ਠੀਕ ਹੈ, ਕੁਝ ਹੁੰਦਾ। ਜਿਸ ਤਰ੍ਹਾਂ
ਕਿ ਤੁਸੀਂ ਸੁਣਿਆ ਕਿਸਾਨ ਨੇਤਾ ਰੁਲਦੂ ਸਿੰਘ ਦਾ ਕੀ ਕਹਿਣਾ ਹੈ। ਕਿਸਾਨਾਂ ਦਾ ਇਹੀ ਕਹਿਣਾ ਹੈ ਲਗਾਤਾਰ ਕਿ ਅਸੀਂ ਇਸ ਅੰਦੋਲਨ ਨੂੰ ਜਿੰਨਾ ਹੋ ਸਕੇ ਲੰਬਾ ਖਿੱਚਾਂਗੇ, ਪਰ ਇਹਨਾਂ ਕਾਨੂੰਨਾਂ ਨੂੰ ਰੱਦ ਕਰਾ ਕੇ ਹੀ ਵਾਪਸ ਜਾਵਾਂਗੇ। ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਮਨਿੰਦਰ ਕੌਰ, ANP ਨਿਊਜ਼, ਸਿੰਘੂ ਬਾਰਡਰ।